प्यारे बच्चों, ਅੱਜ मैं ਤੁਹਾਨੂੰ 9ਵੀਂ ਕਲਾਸ ਮੈਥ ਦੀ ਅਗਲੀ ਅਸਾਈਨਮੈਂਟ 168 ਸਮਝਾਵਾਂਗੀ ਜੋ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੈਥ ਟੀਮ ਦੁਆਰਾ ਤਿਆਰ ਕੀਤੀ ਗਈ ਹੈ। ਬੱਚਿਓ ਅਸੀਂ 13ਵਾਂ ਲੈਸਨ ਪੜ੍ਹ ਰਹੇ ਹਾਂ। ਅੱਜ ਅਸੀਂ 13ਵੇਂ ਲੈਸਨ ਦਾ ਅਗਲਾ ਹਿੱਸਾ ਪੜਾਂਗੇ। ਪਹਿਲੇ ਹਿੱਸੇ ਦੇ ਵਿੱਚ ਅਸੀਂ 3D ਆਕ੍ਰਿਤੀਆਂ ਜਿੰਨੇ ਵੀ 3D ਆਬਜੈਕਟ ਸੀਗੇ ਉਹਨਾਂ ਸਾਰਿਆਂ ਦੇ ਖੇਤਰਫਲਾਂ ਦੇ ਬਾਰੇ ਵਾਰੋ-ਵਾਰੀ ਸਿੱਖਿਆ ਸੀਗਾ। ਅੱਜ ਅਸੀਂ ਉਹਨਾਂ ਆਕ੍ਰਿਤੀਆਂ ਦੇ ਆਇਤਨਾਂ ਦੇ ਬਾਰੇ ਪੜਾਂਗੇ, ਉਹਨਾਂ ਦੇ ਵੋਲਿਊਮਸ ਦੇ ਬਾਰੇ ਪੜਾਂਗੇ। ਔਰ ਤੁਹਾਨੂੰ ਯਾਦ ਹੋਵੇਗਾ ਕਿ ਜਿੰਨੇ ਵੀ 3D ਆਬਜੈਕਟ ਹਨ ਉਹ ਸੋਲਿਡ ਹੁੰਦੇ ਹਨ, ਠੋਸ ਹੁੰਦੇ ਹਨ ਅਤੇ ਠੋਸ ਵਸਤੂਆਂ ਸਥਾਨ ਘੇਰਦੀਆਂ ਹਨ। ਇਸ ਘੇਰੇ ਗਏ ਸਥਾਨ ਦੇ ਮਾਪ ਨੂੰ ਹੀ ਉਸ ਵਸਤੂ ਦਾ ਆਇਤਨ ਕਹਿੰਦੇ ਹਨ। ਵੋਲਿਊਮ ਆਫ ਐਨ ਆਬਜੈਕਟ ਇਜ਼ ਦ ਮੈਜ਼ਰ ਆਫ ਸਪੇਸ ਇਟ ਆਕੂਪਾਈਜ਼। ਕਿਸੇ ਵਸਤੂ ਦਾ ਆਇਤਨ ਉਸ ਦੁਆਰਾ ਘੇਰੇ ਗਏ ਸਥਾਨ ਦਾ ਮਾਪ ਹੁੰਦਾ ਹੈ। ਅੱਜ ਅਸੀਂ ਇਹਨਾਂ ਸਾਰਿਆਂ ਆਬਜੈਕਟਸ ਦੇ ਵਿੱਚੋਂ ਸਿਰਫ ਕਿਊਬੋਇਡ ਤੇ ਕਿਊਬ, ਘਣਾਵ ਤੇ ਘਣ ਦੇ ਆਇਤਨਾਂ ਦੇ ਬਾਰੇ ਸਿੱਖਾਂਗੇ। ਬੱਚੇ ਤੁਸੀਂ ਲਾਸਟ ਟਾਈਮ ਪੜ੍ਹਿਆ ਸੀਗਾ ਕਿ ਘਣ ਤੇ ਘਣਾਵ ਦਾ ਖੇਤਰਫਲ ਕਿਵੇਂ ਪਤਾ ਕਰਦੇ ਹਾਂ, ਠੀਕ ਹੈ। ਜਦੋਂ ਅਸੀਂ ਇਹਨਾਂ ਦਾ ਖੇਤਰਫਲ ਪਤਾ ਕਰਦੇ ਸੀਗੇ, ਏਰੀਆ ਪਤਾ ਕਰਦੇ ਸੀਗੇ, ਇਹਨਾਂ ਦੀ ਸਾਰੀਆਂ ਦੀ ਸਤਹਾਂ ਨੂੰ ਖੋਲ੍ਹਦੇ ਸੀਗੇ, ਇਹਨੂੰ ਅਸੀਂ ਪੂਰਾ ਓਪਨ ਕਰਦੇ ਸੀਗੇ। ਫਿਰ ਇਹਨਾਂ ਦੇ ਇਕੱਲੇ ਸਰਫੇਸ, ਜਿਸ ਤਰ੍ਹਾਂ 6 ਸਰਫੇਸ ਹੁੰਦੇ ਨੇ, ਘਣ ਜਾਂ ਘਣਾਵ ਦੇ 6 ਸਰਫੇਸਿਸ ਹੁੰਦੇ ਨੇ, 6 ਫੇਸਿਸ ਹੁੰਦੇ ਨੇ, 1 2 3 4 5 ਤੇ 6। ਫਿਰ ਅਸੀਂ ਕੀ ਕੀਤਾ ਸੀਗਾ, ਇਹਨਾਂ ਸਾਰੇ ਜਾਂ ਤੇ ਆਇਤਾਕਾਰ ਬਣ ਗਏ ਸੀਗੇ, ਜੇ ਕਿਊਬੋਇਡ ਹੋਏਗਾ ਇਹ ਆਇਤਾਕਾਰ ਬਣ ਜਾਂਦੇ ਸੀਗੇ, ਜੇ ਕਿਊਬ ਸੀਗਾ ਤੇ ਵਰਗਾਕਾਰ ਬਣ ਜਾਂਦੇ ਸੀਗੇ। ਇਹਨਾਂ ਕੱਲੇ ਸਾਰਿਆਂ ਦਾ ਹੀ ਖੇਤਰਫਲ ਪਤਾ ਕੀਤਾ, ਫਿਰ ਸਭ ਨੂੰ ਅਸੀਂ ਜੋੜ ਦਿੱਤਾ, ਉਹ ਸਾਡੇ ਕੋਲ ਬਣ ਗਿਆ ਸੀਗਾ ਟੋਟਲ ਸਰਫੇਸ ਏਰੀਆ ਆਫ ਕਿਊਬ ਜਾਂ ਕਿਊਬੋਇਡ। ਹੁਣ ਅਸੀਂ ਵੋਲਿਊਮ ਕਿਵੇਂ ਕਰਾਂਗੇ, ਕਿਉਂਕਿ ਵੋਲਿਊਮ ਦਾ ਮਤਲਬ ਹੈ ਕਿ ਇਸ ਕਿਊਬ ਨੇ ਕਿੰਨੀ ਜਗ੍ਹਾ ਘੇਰੀ ਹੋਈ ਹੈ, ਠੀਕ ਹੈ। ਇਹਨੂੰ ਅਸੀਂ ਖੋਲ੍ਹਣਾ ਨਹੀਂ ਆ, ਇਹਦੇ ਅੰਦਰ ਇਹਦੀ ਕਪੈਸਿਟੀ ਕਿੰਨੀ ਹੈ ਜਾਂ ਇਸਨੇ ਕਿੰਨੀ ਜਗ੍ਹਾ ਘੇਰੀ ਹੋਈ ਹੈ ਉਹ ਅਸੀਂ ਪਤਾ ਕਰਨਾ ਹੈ। ਕਿਸੇ ਵੀ 3D ਵਸਤੂ ਦਾ ਆਇਤਨ ਪਤਾ ਕਰਨ ਵਾਸਤੇ ਅਸੀਂ ਹੁਣ ਇੱਕ ਐਕਟੀਵਿਟੀ ਕਰੀਏ। ਕੋਈ ਵੀ 3D ਵਸਤੂ ਲੈ ਲਓ, ਜਿਵੇਂ ਅਸੀਂ ਮੈਂ ਇੱਥੇ ਲੈ ਰਹੀ ਹਾਂ ਆਬਜੈਕਟ, ਇੱਕ ਬਾਕਸ ਲੈ ਰਹੀ ਹਾਂ ਜਿਹੜਾ ਕਿਊਬ ਜਾਂ ਕਿਊਬਾਈਡ ਵਰਗਾ ਹੈ। ਹੁਣ ਇਸ ਦੁਆਰਾ ਘੇਰੀ ਗਈ ਸਥਾਨ ਅਸੀਂ ਪਤਾ ਕਰਨਾ ਹੈ, ਉਹਨੂੰ ਹੀ ਤਾਂ ਵੋਲਿਊਮ ਕਹਿੰਦੇ ਹਨ। ਹੁਣ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੇ ਕੁਐਸਚਨ ਆਉਣਾ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਚੀਜ਼, ਕਿਸੇ ਵਸਤੂ ਨੂੰ ਦੇਖਦੇ ਹਾਂ ਤੇ ਉਸਨੇ ਕਿੰਨੀ ਜਗ੍ਹਾ ਘੇਰੀ ਹੋਈ ਹੈ, ਜ਼ਮੀਨ ਵਾਲੀ ਸਾਈਡ ਤੋਂ, ਮਤਲਬ ਆਧਾਰ ਵਾਲੀ ਸਾਈਡ ਤੋਂ। ਹੁਣ ਇਸ ਬਾਕਸ ਦਾ ਆਧਾਰ ਹੈਗਾ A B C ਤੇ D। ਜੇ ਇਸ ਦਾ ਆਧਾਰ ਵੱਧ ਗਿਆ, ਇਸ ਨੇ ਜ਼ਿਆਦਾ ਜਗ੍ਹਾ ਘੇਰੀ ਹੋਈ ਹੈ। ਜੇ ਇਸ ਦਾ ਆਧਾਰ ਘਟਾ ਲਿਆ ਜਾਵੇ ਤਾਂ ਇਸ ਨੇ ਥੋੜ੍ਹੀ ਜਗ੍ਹਾ ਘੇਰੀ ਹੋਈ ਹੈ। ਬੱਚਿਓ, ਸਭ ਤੋਂ ਪਹਿਲੇ ਅਸੀਂ ਆਧਾਰ ਦੇ ਖੇਤਰਫਲ ਦੀ ਗੱਲ ਕਰਾਂਗੇ ਕਿ ਇਸ ਜਿਹੜਾ ਆਧਾਰ ਹੈ, ਇਸ ਦਾ A B C D, ਉਸ ਦਾ ਖੇਤਰਫਲ ਕਿੰਨਾ ਹੈ। ਜਿੰਨਾ ਹੀ ਜ਼ਿਆਦਾ ਆਧਾਰ ਦਾ ਖੇਤਰਫਲ ਹੋਵੇਗਾ ਓਨਾ ਹੀ ਉਸ ਦੇ ਵਿੱਚ ਕਪੈਸਿਟੀ ਉਹਦੀ ਵੱਧ ਜਾਏਗੀ ਜਾਂ ਉਸ ਦੁਆਰਾ ਘੇਰੀ ਗਈ ਸਥਾਨ ਜਿਹੜਾ ਉਹ ਵੱਧ ਜਾਏਗਾ। ਜਿੰਨੀ ਇਹਦੀ ਆਧਾਰ ਦਾ ਖੇਤਰਫਲ ਘਟੇਗਾ ਓਨੀ ਉਹਦੀ ਕਪੈਸਿਟੀ ਵੀ ਘਟ ਜਾਏਗੀ ਉਸ ਬਾਕਸ ਦੀ, ਤੇ ਜਾਂ ਉਸਨੇ ਕਿੰਨੀ ਜਗ੍ਹਾ ਘੇਰੀ ਹੈ ਉਹ ਵੀ ਘਟ ਜਾਵੇਗੀ। ਇਹ ਸੀਗੀ ਪਹਿਲੀ ਚੀਜ਼। ਦੂਸਰੀ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਆਉਣੀ ਚਾਹੀਦੀ ਹੈ ਕਿ ਇਸ ਬਾਕਸ ਦੀ ਉਚਾਈ ਕਿੰਨੀ ਹੈ। ਜਿੰਨਾ ਹੀ ਜ਼ਿਆਦਾ ਇਹ ਉੱਚਾ ਹੋਵੇਗਾ ਉਨੀ ਇਹਦੀ ਕਪੈਸਿਟੀ ਵਧੀ ਜਾਵੇਗੀ, ਉਨੀ ਇਹਨੇ ਜ਼ਿਆਦਾ ਜਗ੍ਹਾ ਘੇਰੀ ਹੈ। ਜਿੰਨੀ ਇਸ ਦੀ ਉਚਾਈ ਘਟ ਜਾਵੇਗੀ ਉਨੀ ਇਸ ਨੇ ਘੱਟ ਜਗ੍ਹਾ ਘੇਰੀ ਹੋਈ ਹੈ। ਇਹਦਾ ਮਤਲਬ ਹੈ ਕਿ ਕਿਸੇ ਵੀ ਆਬਜੈਕਟ, ਕਿਸੇ ਵੀ 3D ਆਬਜੈਕਟ ਦਾ ਵੋਲਿਊਮ ਦੋ ਚੀਜ਼ਾਂ ਦੇ ਉੱਪਰ ਡਿਪੈਂਡ ਕਰਦਾ ਹੈ। ਇੱਕ ਹੈ ਇਸ ਦਾ ਏਰੀਆ, ਆਧਾਰ ਦਾ ਖੇਤਰਫਲ, ਦੂਸਰਾ ਹੈ ਇਸ ਦੀ ਉਚਾਈ। ਤੇ ਫਿਰ ਵੋਲਿਊਮ ਕਿਹਦੇ ਬਰਾਬਰ ਆ ਗਿਆ, ਏਰੀਆ ਆਫ ਬੇਸ, ਏਰੀਆ ਆਫ ਬੇਸ ਮਲਟੀਪਲਾਈ ਬਾਏ ਇਟਸ ਹਾਈਟ। ਜਿੰਨੀ ਜ਼ਿਆਦਾ ਉਚਾਈ ਹੋਈ ਜਾਵੇਗੀ ਓਨਾ ਹੀ ਉਹਦਾ ਵੋਲਿਊਮ ਵਧੀ ਜਾਵੇਗਾ, ਜਾਂ ਜਿੰਨਾ ਹੀ ਉਹਦਾ ਏਰੀਆ ਆਫ ਬੇਸ ਵੱਡਾ ਹੋਈ ਜਾਏਗਾ, ਆਧਾਰ ਦਾ ਖੇਤਰਫਲ, ਓਨਾ ਹੀ ਉਹਦਾ ਜਿਹੜਾ ਵੋਲਿਊਮ ਹੈ ਉਹ ਵਧੀ ਜਾਵੇਗਾ। ਬੱਚਿਓ, ਇਹ ਸੀਗਾ ਇੱਕ ਫਾਰਮੂਲਾ ਵੋਲਿਊਮ ਪਤਾ ਕਰਨ ਦਾ। ਹੁਣ ਇਸ ਅਸਾਈਨਮੈਂਟ ਵਿੱਚ ਅਸੀਂ ਕਿਊਬ ਤੇ ਕਿਊਬੋਇਡ, ਘਣ ਤੇ ਘਣਾਵ ਦੇ ਆਇਤਨਾਂ ਦੀ ਗੱਲ ਕਰਨੀ ਹੈ। ਤੇ ਕਿਊਬੋਇਡ, ਘਣਾਵ ਦਾ ਆਇਤਨ ਵੋਲਿਊਮ ਕਿਹਦੇ ਬਰਾਬਰ ਹੋਵੇਗਾ, ਪਹਿਲੇ ਹੋਣਾ ਚਾਹੀਦਾ ਸੀ ਏਰੀਆ ਆਫ ਬੇਸ, ਠੀਕ ਹੈ। ਹੁਣ ਜਿਹੜਾ ਘਣਾਵ ਹੈ ਉਹ ਕਿਸ ਤਰ੍ਹਾਂ ਦਾ ਹੈ, ਉਸ ਦਾ ਆਧਾਰ ਹੈ ਆਇਤਾਕਾਰ, ਤੇ ਆਇਤ ਦਾ ਖੇਤਰਫਲ ਕਿੰਨਾ ਹੁੰਦਾ ਹੈ, ਲੰਬਾਈ ਗੁਣਾ ਚੌੜਾਈ, ਤੇ ਏਰੀਆ ਆਫ ਬੇਸ ਆ ਜਾਏਗਾ ਆਇਤਾਕਾਰ ਜਿਹੜਾ ਬੇਸ ਹੈ, ਲੰਬਾਈ ਗੁਣਾ ਚੌੜਾਈ। ਇਹ ਸਾਡੇ ਕੋਲ ਇੱਥੇ ਵੋਲਿਊਮ ਦੇ ਵਿੱਚ H ਵੀ ਹੈਗੀ ਹੈ, ਇਹਨੂੰ ਅਸੀਂ H ਦੇ ਨਾਲ ਫਿਰ ਗੁਣਾ ਕਰ ਲਵਾਂਗੇ। ਇਹ ਸਾਡੇ ਕੋਲ ਬਣ ਗਿਆ ਵੋਲਿਊਮ ਆਫ ਕਿਊਬੋਇਡ, L ਗੁਣਾ B ਗੁਣਾ H, ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਹੁਣ ਅਸੀਂ ਕਰਦੇ ਹਾਂ
ਕਿਊਬ ਦਾ ਵੋਲਿਊਮ, ਘਣ ਦਾ ਆਇਤਨ। ਹੁਣ ਘਣ ਦੀਆਂ ਸਾਰੀਆਂ ਭੁਜਾਵਾਂ ਦੇ ਬਰਾਬਰ ਨੇ, ਠੀਕ ਹੈ। ਘਣ ਦੀਆਂ ਕੀ ਹੁੰਦੀਆਂ ਨੇ, ਸਾਰੀਆਂ ਭੁਜਾਵਾਂ ਬਰਾਬਰ, ਇਸ ਕਰਕੇ ਉਹਦੀ ਲੰਬਾਈ ਵੀ a, ਚੌੜਾਈ ਵੀ a ਲਿਖ ਲੈਂਦੇ ਆ ਤੇ ਉਚਾਈ ਵੀ a ਲਿਖ ਲੈਂਦੇ ਆ, ਠੀਕ ਹੈ। ਇਹ ਸਾਡੇ ਕੋਲ ਬਣ ਗਿਆ a ਦੀ ਪਾਵਰ 3 ਤੇ ਫਿਰ ਕਿਊਬ ਦਾ ਵੋਲਿਊਮ ਆ ਗਿਆ a ਦੀ ਪਾਵਰ 3 ਜਾਂ ਭੁਜਾ ਗੁਣਾ ਭੁਜਾ ਗੁਣਾ ਭੁਜਾ। ਬੱਚਿਓ ਇਹਨਾਂ ਦੋਨਾਂ ਫਾਰਮੂਲਿਆਂ ਦੇ ਬੇਸ ਤੇ ਅਸੀਂ ਆਪਣੀ ਅਸਾਈਨਮੈਂਟ ਦੀ ਹੁਣ ਕੁਐਸਚਨਸ ਕਰਾਂਗੇ। ਪਹਿਲਾ ਕੁਐਸਚਨ ਹੈ, ਫਸਟ ਕੁਐਸਚਨ ਹੈ, ਮਾਚਿਸ ਦੀ ਡੱਬੀ ਦਾ ਮਾਪ 4 ਸੈਂਟੀਮੀਟਰ ਗੁਣਾ 2.5 ਸੈਂਟੀਮੀਟਰ ਗੁਣਾ 1.5 ਸੈਂਟੀਮੀਟਰ ਹੈ। ਅਜਿਹੀਆਂ 12 ਡੱਬੀਆਂ ਦੇ ਪੈਕੇਟ ਦਾ ਆਇਤਨ ਪਤਾ ਕਰੋ। ਹੁਣ ਇੱਕ ਡੱਬੀ ਦਾ ਮਾਪ ਸਾਨੂੰ ਦਿੱਤਾ ਹੈ, ਉਸ ਦਾ ਆਕਾਰ ਕਿਹੋ ਜਿਹਾ ਹੈ, ਉਸ ਦਾ ਆਕਾਰ ਘਣਾਵ ਆਕਾਰ ਹੈ ਤੇ ਘਣਾਵ ਦਾ ਜਿਹੜਾ ਆਇਤਨ ਹੈ, ਉਸ ਦਾ ਵੋਲਿਊਮ ਹੈ, ਉਹ ਹੁੰਦਾ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, L ਗੁਣਾ B ਗੁਣਾ H। L ਦੀ ਵੈਲਿਊ ਦਿੱਤੀ ਹੈ 4 ਸੈਂਟੀਮੀਟਰ, B ਦੀ ਜਗ੍ਹਾ ਤੇ ਭਰ ਦਿਓ 2.5 ਸੈਂਟੀਮੀਟਰ, H ਦੀ ਜਗ੍ਹਾ ਤੇ ਭਰ ਦਿਓ 1.5 ਸੈਂਟੀਮੀਟਰ ਤੇ ਇੱਕ ਮਾਚਿਸ ਦੀ ਡੱਬੀ ਦਾ ਆਇਤਨ ਆ ਗਿਆ 4 ਗੁਣਾ 2.5 ਗੁਣਾ 1.5 ਬਰਾਬਰ ਹੈ 15। ਹੁਣ ਬੱਚੇ ਉੱਥੇ ਇਕਾਈ ਵੀ ਲਿਖੀ ਹੋਈ ਹੈ, ਕਿਉਂਕਿ ਅਸੀਂ ਹਰੇਕ ਚੀਜ਼ ਦੀਆਂ ਇਕਾਈਆਂ ਵੀ ਲਿਖਦੇ ਹਾਂ। ਜਿਵੇਂ ਕਿ ਏਰੀਆ ਦੀ ਇਕਾਈ ਹੁੰਦੀ ਹੈ ਵਰਗ ਇਕਾਈਆਂ ਜਾਂ ਸਕੁਅਰ ਯੂਨਿਟਸ। ਇਸੇ ਤਰ੍ਹਾਂ ਵੋਲਿਊਮ ਦੀ ਜਿਹੜੀ ਇਕਾਈ ਹੈ ਉਹ ਹੁੰਦੀ ਹੈ ਕਿਊਬਿਕ, ਠੀਕ ਹੈ, ਕਿਊਬਿਕ ਯੂਨਿਟਸ। ਜੇ ਮੀਟਰ ਹੋਏਗਾ ਤੇ ਘਣ ਮੀਟਰ ਲਿਖਾਂਗੇ, ਜੇ ਸੈਂਟੀਮੀਟਰ ਹੋਏਗਾ ਤੇ ਘਣ ਸੈਂਟੀਮੀਟਰ ਲਿਖਾਂਗੇ। ਇੱਥੇ ਸਾਡੇ ਕੋਲ ਮਾਪ ਜਿਹੜੇ ਸੀਗੇ ਲੰਬਾਈ ਚੌੜਾਈ ਤੇ ਉਚਾਈ, ਇਹਨਾਂ ਦੇ ਸੈਂਟੀਮੀਟਰ ਵਿੱਚ ਸੀਗੇ, ਇਸ ਕਰਕੇ ਅਸੀਂ ਇੱਥੇ ਲਿਖ ਲਿਆ ਕਿਊਬਿਕ ਸੈਂਟੀਮੀਟਰ ਘਣ ਸੈਂਟੀਮੀਟਰ। ਇੱਕ ਮਾਚਿਸ ਦੀ ਡੱਬੀ ਦਾ ਆਇਤਨ ਆ ਗਿਆ 15 ਘਣ ਸੈਂਟੀਮੀਟਰ ਤੇ ਅਜਿਹੀਆਂ 12 ਮਾਚਿਸ ਦੀ ਡੱਬੀਆਂ ਦਾ ਆਇਤਨ ਹੋਵੇਗਾ 15 ਨੂੰ 12 ਨਾਲ ਗੁਣਾ ਕਰ ਲਿਓ, ਇਹ ਆ ਜਾਏਗਾ 180 ਘਣ ਸੈਂਟੀਮੀਟਰ। ਅਗਲਾ ਕੁਐਸਚਨ ਕਰਦੇ ਹਾਂ। ਦੂਸਰਾ ਕੁਐਸਚਨ ਹੈ, 12 ਸੈਂਟੀਮੀਟਰ ਕਿਨਾਰੇ ਵਾਲੇ ਇੱਕ ਠੋਸ ਘਣ ਨੂੰ ਬਰਾਬਰ ਆਇਤਨਾਂ ਵਾਲੇ 8 ਘਣਾਂ ਵਿੱਚ ਕੱਟਿਆ ਜਾਂਦਾ ਹੈ। ਨਵੇਂ ਘਣ ਦੀ ਭੁਜਾ ਕਿੰਨੀ ਹੋਵੇਗੀ? ਨਾਲ ਹੀ ਦੋਨੋਂ ਘਣਾਂ ਦੇ ਸਤਹੀ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ। ਬੜਾ ਇੰਟਰਸਟਿੰਗ ਕੁਐਸਚਨ ਹੈ। ਇਹਦੇ ਵਿੱਚ ਅਸੀਂ ਘਣ ਦੇ ਆਇਤਨ ਤੇ ਉਹਨਾਂ ਦੇ ਖੇਤਰਫਲ ਦੋਨਾਂ ਦੀ ਗੱਲ ਕਰਨੀ ਹੈ। ਸਾਡੇ ਦੋਨੋਂ ਹੀ ਫਾਰਮੂਲੇ ਰਿਵਾਈਜ਼ ਹੋ ਜਾਣਗੇ। ਪਹਿਲੀ ਲਾਈਨ ਦੇ ਵਿੱਚ ਲਿਖਿਆ ਹੈ ਕਿ ਵੱਡਾ ਜਿਹੜਾ ਘਣ ਹੈ 12 ਸੈਂਟੀਮੀਟਰ ਭੁਜਾ ਵਾਲਾ, ਉਸ ਨੂੰ ਕੱਟ ਕੇ 8 ਛੋਟੇ ਘਣਾਂ ਵਿੱਚ ਬਦਲ ਲਿਆ ਤੇ ਉਸ ਛੋਟੇ ਘਣ ਦੀ ਅਸੀਂ ਭੁਜਾ ਪਤਾ ਕਰਨੀ ਹੈ। ਇਹਦਾ ਮਤਲਬ ਹੈ ਕਿ ਜਿਹੜਾ ਵੱਡਾ ਘਣ ਹੈ ਉਸ ਦਾ ਆਇਤਨ, ਉਸ ਦਾ ਵੋਲਿਊਮ ਛੋਟੇ ਛੋਟੇ 8 ਘਣਾਂ ਦੇ ਵੋਲਿਊਮ ਦੇ ਬਰਾਬਰ ਹੋਵੇਗਾ, ਠੀਕ ਹੈ। ਮੰਨ ਲਿਆ ਅਸੀਂ ਉਸ ਛੋਟੇ ਜਿਹੜਾ ਭੁਜਾ ਘਣ ਹੈ ਉਸ ਦੀ ਭੁਜਾ A ਹੈ, A ਸੈਂਟੀਮੀਟਰ, ਤੇ ਕੁਐਸਚਨ ਦੇ ਅਨੁਸਾਰ 12 ਸੈਂਟੀਮੀਟਰ ਭੁਜਾ ਵਾਲੇ ਵੱਡੇ ਘਣ ਦਾ ਆਇਤਨ ਬਰਾਬਰ ਹੋਵੇਗਾ ਭੁਜਾ A ਵਾਲੇ 8 ਛੋਟੇ ਘਣਾਂ ਦੇ ਆਇਤਨ ਦੇ। 12 ਸੈਂਟੀਮੀਟਰ ਭੁਜਾ ਵਾਲੇ ਘਣ ਦਾ ਆਇਤਨ ਕਿੰਨਾ ਹੋ ਗਿਆ? 12 ਦੀ ਪਾਵਰ 3। A ਸੈਂਟੀਮੀਟਰ ਭੁਜਾ ਵਾਲੇ ਘਣ ਦਾ ਆਇਤਨ ਹੋ ਗਿਆ A ਦੀ ਪਾਵਰ 3 ਤੇ ਸਾਡੇ ਕੋਲ ਫਿਰ ਇਹ ਵਾਲੀ ਇਕੁਏਸ਼ਨ ਬਣ ਗਈ ਕਿ 12 ਦੀ ਪਾਵਰ 3 ਬਰਾਬਰ ਹੈ 8 ਗੁਣਾ A ਦੀ ਪਾਵਰ 3। ਤੇ ਇਹਨੂੰ ਅਸੀਂ ਸੋਲਵ ਕਰ ਲੈਂਦੇ ਹਾਂ। A ਦੀ ਇੱਥੋਂ ਵੈਲਿਊ ਕੱਢ ਲਵਾਂਗੇ, ਠੀਕ ਹੈ। ਇਹਨੂੰ ਅਸੀਂ ਖੋਲ ਲੈਂਦੇ ਹਾਂ। ਇਹ ਬਣ ਗਿਆ 12 ਗੁਣਾ 12 ਗੁਣਾ 12। ਬ੍ਰੈਕਟ ਦੇ ਬਰਾਬਰ ਦੇ ਉੱਧਰ ਜਿਹੜਾ 8 ਸੀਗਾ ਉਹਨੂੰ ਅਸੀਂ ਇੱਥੇ ਹੇਠਾਂ ਲਿਖ ਲਿਆ। ਇਸ 8 ਨੂੰ ਅਸੀਂ 2 ਗੁਣਾ 2 ਗੁਣਾ 2 ਦੇ ਰੂਪ 'ਚ ਵੀ ਲਿਖ ਸਕਦੇ ਹਾਂ ਤਾਂ ਕਿ ਕੈਲਕੂਲੇਸ਼ਨ ਈਜ਼ੀ ਹੋ ਜਾਏ, ਠੀਕ ਹੈ। ਇਹ ਜਿਹੜਾ 8 ਸੀਗਾ ਇਹਨੇ ਇਹਦੇ ਹੇਠਾਂ ਜਾਣਾ ਸੀਗਾ, ਉਹ ਅਸੀਂ ਇਹਨੂੰ ਤੋੜ ਕੇ ਲਿਖ ਲਿਆ 2 ਗੁਣਾ 2 ਗੁਣਾ 2। ਦੂਸਰੀ ਸਾਈਡ 'ਤੇ ਸਾਡੇ ਕੋਲ ਰਹਿ ਗਿਆ ਇਕੱਲਾ A ਦੀ ਪਾਵਰ 3। ਹੁਣ ਇਹਨੂੰ ਅਸੀਂ ਕੈਲਕੂਲੇਸ਼ਨ ਈਜ਼ੀ ਬਣਾਉਣ ਵਾਸਤੇ ਇਹਦੇ 8 ਦੇ ਛੋਟੇ ਛੋਟੇ ਟੁਕੜੇ ਕੀਤੇ ਸੀਗੇ ਤਾਂ ਕਿ ਇੱਥੇ ਬਣ ਜੇ ਸਾਡੇ ਕੋਲ 6। ਇਹਨੂੰ ਕਟਿੰਗ ਕਰਕੇ ਆ ਗਿਆ 6 2 ਛਿਕੇ 12। ਬੱਚਿਓ ਇਹ ਸਾਡੇ ਕੋਲ ਆ ਗਿਆ A ਦੀ ਪਾਵਰ 3 ਦੀ ਵੈਲਿਊ 6 ਗੁਣਾ 6 ਗੁਣਾ 6। ਹੁਣ ਇਹ ਬੜਾ ਸਟੈਪ ਇੰਪੋਰਟੈਂਟ ਹੈਗਾ ਕਿ ਜਦੋਂ ਬਰਾਬਰ ਤੋਂ ਲੈਫਟ ਹੈਂਡ ਸਾਈਡ 'ਤੇ ਕਿਸੇ ਵੀ ਟਰਮ ਦੇ ਉੱਪਰ ਕਿਊਬ ਲਿਖਿਆ ਹੈਗਾ ਤੇ ਦੂਸਰੇ ਪਾਸੇ ਫਿਰ ਅਸੀਂ ਜਿੰਨੀਆਂ ਵੀ ਟਰਮਸ ਹੋਣਗੀਆਂ ਉਹਨਾਂ ਨੂੰ ਅਸੀਂ ਕੀ ਕਰਦੇ ਹਾਂ, ਇੱਧਰ ਅਸੀਂ ਕਿਊਬ ਹਟਾ ਲੈਂਦੇ ਹਾਂ ਤੇ ਦੂਸਰੇ ਪਾਸੇ ਅਸੀਂ ਕਿਊਬ ਰੂਟ ਕਰ ਦਿੰਦੇ ਹਾਂ। ਇੱਥੇ ਕਿਊਬ ਰੂਟ ਦਾ ਨਿਸ਼ਾਨ, ਅੰਦਰ ਆ ਗਿਆ 6 ਗੁਣਾ 6 ਗੁਣਾ 6। ਹੁਣ ਘਣਮੂਲ ਦੇ ਵਿੱਚ ਤੁਸੀਂ ਪੜ੍ਹਿਆ ਸੀਗਾ 6 ਦੇ ਜੋਟੇ ਬਣਾਉਂਦੇ ਸੀਗੇ, 3 ਦੇ ਜੋਟੇ ਬਣਾਉਂਦੇ ਸੀਗੇ। ਇਹਦੇ 3 ਜੋਟੇ ਪਹਿਲੇ ਹੀ ਬਣੇ ਹੋਏ ਆ। ਇੱਥੋਂ ਸਾਡੇ ਕੋਲ ਫਿਰ A ਦੀ ਵੈਲਿਊ ਆ ਜਾਏਗੀ 6, ਠੀਕ ਹੈ। ਤੇ ਇੱਕ ਛੋਟੇ ਘਣ ਦੀ ਭੁਜਾ ਆ ਗਈ 6 ਸੈਂਟੀਮੀਟਰ।
ਇਹੀ ਅਸੀਂ ਇਹਦੇ ਪਹਿਲੇ ਹਿੱਸੇ ਵਿੱਚ ਸਿੱਖਣਾ ਸੀਗਾ। ਹੁਣ ਦੂਸਰਾ ਹਿੱਸੇ ਦੇ ਵਿੱਚ ਕੀ ਕਿਹਾ ਗਿਆ ਹੈ? ਕੁਐਸਚਨ ਦਾ ਦੂਸਰਾ ਹਿੱਸਾ ਹੈ ਕਿ ਦੋਨੋਂ ਕਣਾਂ ਦੇ ਸਤਹੀ ਖੇਤਰਫਲਾਂ ਦਾ ਅਨੁਪਾਤ ਪਤਾ ਕਰੋ, ਕਿ ਇਹਨਾਂ ਦੇ ਵੱਖਰੇ ਵੱਖਰੇ ਪਹਿਲੇ ਖੇਤਰਫਲ ਕੱਢੋ। ਵੱਡੇ ਕਣ ਦਾ ਖੇਤਰਫਲ ਕੱਢ ਲੈਂਦੇ ਹਾਂ। ਅਸੀਂ ਜਾਣਦੇ ਹਾਂ ਕਿ ਕਿਊਬ ਦਾ ਜਿਹੜਾ ਏਰੀਆ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ? 6 ਗੁਣਾ ਭੁਜਾ ਗੁਣਾ ਭੁਜਾ। ਇਹਨੂੰ ਅਸੀਂ 6a² ਵੀ ਲਿਖ ਦਿੰਦੇ ਹਾਂ। ਠੀਕ ਹੈ, ਇੱਥੇ a ਕਿੰਨਾ ਹੈ? ਭੁਜਾ ਕਿੰਨੀ ਹੈਗੀ ਹੈ? 12। ਇਹ ਬਣ ਗਿਆ 6 ਗੁਣਾ 12 ਗੁਣਾ 12। ਵੱਡੇ ਕਣ ਦਾ ਖੇਤਰਫਲ ਆ ਗਿਆ 6 ਗੁਣਾ 12 ਗੁਣਾ 12। ਹੁਣ ਅਸੀਂ ਛੋਟੇ ਕਣ ਦਾ ਖੇਤਰਫਲ ਕੱਢ ਲੈਂਦੇ ਹਾਂ। ਇੱਥੇ ਕੱਢ ਲੈਂਦੇ ਹਾਂ। ਛੋਟੇ ਕਣ ਦਾ ਖੇਤਰਫਲ 6a² ਹੋਣਾ ਚਾਹੀਦਾ ਸੀਗਾ। ਇਹ ਅਸੀਂ ਹੁਣੇ ਕੱਢਿਆ 6। ਇਹਦਾ ਮਤਲਬ ਇਹ ਆ ਗਿਆ, ਇਹ ਫਾਰਮੂਲੇ ਵਾਲਾ 6, ਇਹ ਭੁਜਾ ਵਾਲਾ 6, ਦੋ ਹੀ ਲਿਖਾਂਗੇ। 6 ਗੁਣਾ 6 ਗੁਣਾ 6। ਸਾਡੇ ਕੋਲ ਵੱਡੇ ਕਣ ਦਾ ਖੇਤਰਫਲ ਆ ਗਿਆ 6 ਗੁਣਾ 12 ਗੁਣਾ 12, ਅਤੇ ਬੱਚਿਓ ਛੋਟੇ ਕਣ ਦਾ ਖੇਤਰਫਲ ਆ ਗਿਆ 6 ਗੁਣਾ 6 ਗੁਣਾ 6। ਇਹਨਾਂ ਦੋਨਾਂ ਦਾ ਅਸੀਂ ਕੀ ਕਰਨਾ ਹੈ? ਕੁਐਸਚਨ ਦੇ ਵਿੱਚ ਕੀ ਲਿਖਿਆ? ਅਨੁਪਾਤ ਪਤਾ ਕਰਨਾ ਹੈ, ਅਤੇ ਇਹਨਾਂ ਨੂੰ ਅਸੀਂ ਡਿਵਾਈਡ ਕਰ ਦਿੰਦੇ ਹਾਂ। ਠੀਕ ਹੈ, ਅਨੁਪਾਤ ਪਤਾ ਕਰ ਲੈਂਦੇ ਹਾਂ। ਇਹ ਸਾਡੇ ਕੋਲ ਬਣ ਗਿਆ 6 ਗੁਣਾ 12 6 ਗੁਣਾ 12 ਗੁਣਾ 12 ਬਟਾ 6 ਗੁਣਾ 6 ਗੁਣਾ 6। ਇਹਨੂੰ ਅਸੀਂ ਕੱਟ ਦਿੰਦੇ ਹਾਂ। ਠੀਕ ਹੈ, ਇਹਨੂੰ ਅਸੀਂ ਕਟਿੰਗ ਕੀਤੀ। 6 ਨਾਲ 6 ਕੱਟਿਆ ਗਿਆ। 6 ਦੂਣੀ 12, ਆ 6 ਦੂਣੀ 12। ਉੱਪਰ ਰਹਿ ਗਿਆ ਸਾਡੇ ਕੋਲ ਸਿਰਫ 4, ਹੇਠਾਂ ਰਹਿ ਗਿਆ 1, ਅਤੇ ਅਨੁਪਾਤ ਆ ਗਿਆ ਦੋਨਾਂ ਦੇ ਸਤਹੀ ਖੇਤਰਫਲਾਂ ਦਾ ਅਨੁਪਾਤ 4:1। ਇਹ ਸਾਡੇ ਕੋਲ ਵੈਲਿਊ ਆ ਗਈ ਅਨੁਪਾਤ ਦੀ, ਜਿਹੜੀ ਕੁਐਸਚਨ ਦੇ ਵਿੱਚ ਪੁੱਛੀ ਸੀਗੀ। ਹੁਣ ਅਸੀਂ ਪੈਸ ਆਧਾਰਿਤ ਕੁਐਸਚਨਸ ਕਰਦੇ ਹਾਂ। ਪਹਿਲਾ ਕੁਐਸਚਨ, ਇੱਕ ਕਣ ਦਾ ਸਤਹੀ ਖੇਤਰਫਲ 24 ਵਰਗ ਸੈਂਟੀਮੀਟਰ ਹੈ, ਇਸ ਦਾ ਆਇਤਨ ਪਤਾ ਕਰੋ। ਤੇ ਬੱਚਿਓ ਅਸੀਂ ਜਾਣਦੇ ਹਾਂ ਕਿ ਜਿਹੜਾ ਕਣ ਦਾ ਖੇਤਰਫਲ ਹੁੰਦਾ ਹੈ ਉਹ ਤਾਂ ਹੁੰਦਾ 6a ਦੀ ਪਾਵਰ 2, ਪਰ ਸਾਨੂੰ ਕੁਐਸਚਨ ਦੇ ਵਿੱਚ ਦਿੱਤਾ ਹੈ 24। ਦੋਨਾਂ ਨੂੰ ਅਸੀਂ ਬਰਾਬਰ ਕਰ ਲੈਂਦੇ ਹਾਂ ਤਾਂ ਕਿ ਇੱਥੋਂ a ਦੀ ਵੈਲਿਊ ਕੱਢ ਲਈਏ। ਇਹ ਬਣ ਜਾਏਗਾ ਸਾਡੇ ਕੋਲ 24/6। 6 ਚੌਕਾ 24, ਇਹ ਸਾਡੇ ਕੋਲ ਆ ਗਿਆ a² ਦੀ ਵੈਲਿਊ 4। ਇਹ ਵੀ ਸਟੈਪ ਤੁਹਾਨੂੰ ਪਤਾ ਹੈ ਕਿ ਜੇ ਲੈਫਟ ਹੈਂਡ ਸਾਈਡ 'ਤੇ ਸਕੇਅਰ ਹੋਵੇ ਅਤੇ ਦੂਸਰੀ ਸਾਈਡ 'ਤੇ ਆਪਾਂ ਸਕੇਅਰ ਰੂਟ ਕਰ ਲੈਂਦੇ ਹਾਂ। ਠੀਕ ਹੈ, ਅੰਡਰ ਰੂਟ ਹੋ ਜਾਏਗਾ। ਇਹ ਬਣ ਜਾਏਗਾ ਵਰਗਮੂਲ 4, ਇਹਦੀ ਕੀਮਤ ਆ ਜਾਏਗੀ 2। ਇੱਥੋਂ ਸਾਡੇ ਕੋਲ ਫਿਰ a ਦੀ ਵੈਲਿਊ ਕਿੰਨੀ ਆ ਗਈ? 2। ਇਹ ਸਾਡੇ ਕੋਲ ਆ ਗਿਆ ਭੁਜਾ 2 ਸੈਂਟੀਮੀਟਰ। ਅਸੀਂ ਕੀ ਪਤਾ ਕਰਨਾ ਹੈ? ਆਇਤਨ। ਆਇਤਨ ਪਤਾ ਕਰਨਾ ਹੈ, ਅਤੇ ਆਇਤਨ ਕਿੰਨਾ ਹੁੰਦਾ ਹੈ? a ਦੀ ਪਾਵਰ 3 ਭੁਜਾ ਗੁਣਾ ਭੁਜਾ ਗੁਣਾ ਭੁਜਾ 2 ਗੁਣਾ 2 ਗੁਣਾ 2। ਇਹ ਕਿੰਨਾ ਆ ਗਿਆ ਸਾਡੇ ਕੋਲ? 8 ਸੈਂਟੀਮੀਟਰ। 8 ਘਣ ਸੈਂਟੀਮੀਟਰ। ਅਤੇ ਪਹਿਲੀ ਆਪਸ਼ਨ ਦੇਖੋ, ਇਹ ਹੈਗੀ ਹੈ 8 ਘਣ ਸੈਂਟੀਮੀਟਰ। ਇਹਦੇ ਕਰਕੇ ਪਹਿਲੇ ਕੁਐਸਚਨ ਦਾ ਜਵਾਬ ਆ ਗਿਆ ਪਹਿਲੀ ਹੀ ਆਪਸ਼ਨ A, 8 ਘਣ ਸੈਂਟੀਮੀਟਰ। ਹੁਣ ਅਸੀਂ ਅਗਲਾ ਸਵਾਲ ਕਰਦੇ ਹਾਂ। ਅਗਲਾ ਸਵਾਲ ਹੈਗਾ ਸਾਡਾ, ਇੱਕ ਆਇਤਾਕਾਰ ਟੈਂਕੀ ਜਿਸ ਦੇ ਆਧਾਰ ਦਾ ਖੇਤਰਫਲ 76 ਵਰਗ ਮੀਟਰ ਹੈ ਅਤੇ ਉਚਾਈ 2 ਮੀਟਰ ਹੈ, ਉਸ ਦਾ ਆਇਤਨ ਪਤਾ ਕਰੋ। ਅਤੇ ਬੱਚਿਓ ਤੁਹਾਨੂੰ ਪਤਾ ਹੋਏਗਾ ਕਿ ਜਿਹੜੀ ਆਇਤਾਕਾਰ ਟੈਂਕੀ ਹੁੰਦੀ ਹੈ ਉਹ ਤਾਂ ਘਣਾਵ ਆਕਾਰ ਦੀ ਹੁੰਦੀ ਹੈ। ਠੀਕ ਹੈ, ਅਤੇ ਘਣਾਵ ਦਾ ਆਇਤਨ ਅਸੀਂ ਕੱਢ ਸਕਦੇ ਹਾਂ ਜੇ ਸਾਨੂੰ ਆਧਾਰ ਦਾ ਖੇਤਰਫਲ ਪਹਿਲੇ ਹੀ ਦਿੱਤਾ ਹੋਇਆ, ਅਤੇ ਫਿਰ ਡਾਇਰੈਕਟ ਫਾਰਮੂਲਾ ਆ ਜਾਏਗਾ ਆਇਤਾਕਾਰ ਟੈਂਕੀ ਦਾ ਆਇਤਨ ਬਰਾਬਰ ਹੈ ਆਧਾਰ ਦਾ ਖੇਤਰਫਲ ਗੁਣਾ ਉਚਾਈ। ਵੈਸੇ ਜਿਹੜਾ ਘਣਾਵ ਦਾ ਆਧਾਰ ਹੁੰਦਾ ਹੈ ਉਹ ਹੁੰਦਾ ਲੰਬਾਈ ਗੁਣਾ ਚੌੜਾਈ। ਠੀਕ ਹੈ, ਲੇਕਿਨ ਉਹ ਕਰਨ ਦਾ ਫਾਇਦਾ ਹੀ ਨਹੀਂ ਹੈ ਸਾਨੂੰ, ਕਿਉਂਕਿ ਇੱਥੇ ਸਾਨੂੰ ਡਾਇਰੈਕਟ ਪਹਿਲੇ ਹੀ ਖੇਤਰਫਲ ਦਿੱਤਾ ਹੋਇਆ, ਲੰਬਾਈ ਚੌੜਾਈ ਤਾਂ ਦਿੱਤੀ ਨਹੀਂ ਆ। ਖੇਤਰਫਲ ਪਹਿਲੇ ਦਿੱਤਾ ਹੋਵੇ ਤਾਂ ਅਸੀਂ ਡਾਇਰੈਕਟ ਫਾਰਮੂਲਾ ਲਗਾ ਸਕਦੇ ਹਾਂ ਆਧਾਰ ਦਾ ਖੇਤਰਫਲ ਗੁਣਾ ਉਚਾਈ। ਆਧਾਰ ਦਾ ਖੇਤਰਫਲ 76, ਉਚਾਈ 2, ਇਹਨਾਂ ਨੂੰ ਗੁਣਾ ਕਰਕੇ ਆ ਗਿਆ 152 ਘਣ ਮੀਟਰ। ਅਤੇ ਫਿਰ ਕਿਹੜੀ ਆਪਸ਼ਨ ਦੇ ਵਿੱਚ ਲਿਖਿਆ ਹੋਇਆ? ਇਹ ਹੈਗੀ ਆਪਸ਼ਨ ਦੂਸਰੀ, 152 ਘਣ ਮੀਟਰ ਉਸ ਆਇਤਾਕਾਰ ਟੈਂਕੀ ਦਾ ਆਇਤਨ। ਬੱਚਿਓ ਇਹ ਸੀਗੀ ਅੱਜ ਦੇ ਸਾਡੇ ਸਵਾਲ। ਇਹਨਾਂ ਨੂੰ ਹੁਣ ਤੁਸੀਂ ਆਪਣੀਆਂ ਕਾਪੀਆਂ 'ਤੇ ਨੋਟ ਕਰੋ, ਅਤੇ ਇਹਦੇ ਨਾਲ ਰਿਲੇਟਡ ਐਕਸਰਸਾਈਜ਼ ਦੇ ਵਿੱਚ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਵੀ ਨੋਟ ਕਰੋ। These math assignments are prepared by Padho Punjab Padhao Punjab Math Team Gurdaspur under the supervision of our district mentor Mr. Gurnaam Singh. And this lecture is presented by me, Sapandeep Kaur, Math Mistress, Government High School Lehal, Block Dhariwal 1, District Gurdaspur.
ਥੈਂਕ ਯੂ ਸੋ ਮਚ।